ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਬੂਟਾ ਸਿੰਘ ਵੱਲੋਂ ਦੇਸ਼ ਭਗਤ ਕਾਲਜ ਮੋਗਾ ਦਾ ਦੌਰਾ ਕੀਤਾ ਗਿਆ। ਉਹਨਾਂ ਦਾ ਕਾਲਜ ਪੁੱਜਣ ਤੇ ਦਵਿੰਦਰਪਾਲ ਸਿੰਘ, ਲਖਬੀਰ ਸਿੰਘ ਗਿੱਲ ਅਤੇ ਗੌਰਵ ਗੁਪਤਾ ਵੱਲੋਂ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਵੱਲੋਂ ਕਾਲਜ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਸਿੱਧ ਅਕਾਦਮਿਕ ਅਤੇ ਖੋਜਕਰਤਾ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਸ਼ਵ ਪੱਧਰੀ ਖੋਜ ਵਿਗਿਆਨੀ ਅਤੇ ਨਾਮਵਰ ਫੈਕਲਟੀ ਹੈ ਜੋ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਵੱਖ-ਵੱਖ ਮਾਰਗਾਂ ਰਾਹੀਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਮਦਦਗਾਰ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਸਿੱਖਿਆ ਦਾ ਆਧੁਨਿਕੀਕਰਨ ਉਦਯੋਗ ਅਤੇ ਵਪਾਰ ਦੇ ਬਦਲਦੇ ਰੁਝਾਨਾਂ ਅਤੇ ਲੋੜਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਕਾਲਜ ਪ੍ਰਬੰਧਕਾਂ ਵੱਲੋਂ ਪ੍ਰੋਫੈਸਰ ਬੂਟਾ ਸਿੰਘ ਸਿੱਧੂ, ਡਾਕਟਰ ਮਨਜੀਤ ਬਾਂਸਲ, ਡਾਕਟਰ ਰਾਜੇਸ਼ ਗੁਪਤਾ, ਹਰਜਿੰਦਰ ਸਿੱਧੂ, ਲਖਬੀਰ ਸਿੰਘ ਗਿੱਲ ਦਾ ਦੁਸ਼ਾਲੇ ਭੇਂਟ ਕਰਕੇ ਸਨਮਾਨ ਕੀਤਾ ਗਿਆ। ਕੋਲੋਂ ਮੰਗਾਉਣਗੀਆਂ, ਫਿਰ ਉਹ ਚੈੱਕ ਕਰਨਗੇ, ਮੈਪ ਕਰਨਗੇ ਆਪਣੇ ਕੋਰਸ ਦੇ ਨਾਲ। ਪਰ ਜਦੋਂ ਅਸੀਂ MOU ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੋ ਜਾਂਦੀਆਂ, ਤਾਂ ਐਡਮਿਸ਼ਨ ਦੇ ਨਾਲ ਹੀ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਕਿ ਮੈਨੂੰ ਆਹ ਸਬਜੈਕਟਸ ਦੇ ਵਿੱਚ ਕ੍ਰੈਡਿਟਸ ਮਿਲ ਗਏ। ਤਾਂ ਉਹ ਤੋਂ ਸਾਰਿਆਂ ਤੋਂ ਜ਼ਿਆਦਾ ਵਧੀਆ ਵੀ ਸਾਡਾ ਇੱਕ USA ਯੂਨੀਵਰਸਿਟੀ ਦੇ ਨਾਲ ਵੀ ਮਤਲਬ ਐਸੇ ਸਾਲ ਤੋਂ ਹੀ ਜਿਹੜਾ MOU ਹੈ, ਜਿਹੜੀ ਵੇਨ ਸਟੇਟ ਯੂਨੀਵਰਸਿਟੀ ਹੈ ਜਿਹੜੀ ਬਿਲਕੁਲ ਕੈਨੇਡਾ ਦੇ ਬਾਰਡਰ 'ਤੇ ਹੈ, ਮਿਸ਼ੀਗਨ ਸਟੇਟਸ ਦੇ ਵਿੱਚ ਡੈਟਰੋਇਟ ਸਿਟੀ ਹੈ ਜਾਂ ਮਿਸ਼ੀਗਨ ਸਟੇਟ ਜਾਂ ਡੈਟਰੋਇਟ ਸਿਟੀ ਹੈਗਾ ਜਿੱਥੇ ਜ਼ਿਆਦਾਤਰ ਆਟੋਮੋਬਾਈਲਸ ਦੀਆਂ ਕੰਪਨੀਆਂ ਹੈਗੀਆਂ। ਇਟ ਇਜ਼ ਨੋਨ ਫॉर दैट। ਉਹ ਯੂਨੀਵਰਸਿਟੀ ਦੀ ਰੈਂਕਿੰਗ ਵੀ ਬਹੁਤ ਵਧੀਆ ਹੈ ਅਤੇ ਉੱਥੇ ਰਾਦਰ ਈਵਨ 2+2 ਵੀ ਨਹੀਂ, ਕਿਉਂਕਿ USA ਦੀ ਇੱਦਾਂ ਦੀ ਕੰਡੀਸ਼ਨ ਨਹੀਂ ਸੀ। ਉੱਥੇ 3+1 ਹੈ ਕਿ 3 ਜਿਹੜੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਉਹਦੇ 'ਚ ਅਸੀਂ ਪ੍ਰੈਜ਼ੈਂਟਲੀ ਚੂਜ਼ ਕੀਤੇ ਆ। ਹੋ ਸਕਦਾ ਆਉਣ ਵਾਲੇ ਟਾਈਮ 'ਚ ਬਾਕੀ ਵੀ ਐਡ ਕਰ ਲਈਏ, ਜਿਹਦੇ 'ਚ ਮਕੈਨੀਕਲ ਹੈਗਾ ਕਿਉਂਕਿ ਉਹ ਆਟੋਮੋਬਾਈਲ ਦਾ ਖੇਤਰ ਹੈ, ਅਤੇ ਇਸ ਕਰਕੇ ਸਾਨੂੰ ਲੱਗਾ ਮਕੈਨੀਕਲ ਦੀ ਜਿਹੜੀ ਡਿਮਾਂਡ ਵੀ ਜ਼ਿਆਦਾ ਹੋਊਗੀ, ਉੱਥੇ ਜੋਬਸ ਵੀ ਉਹਦੇ ਨਾਲ ਰਿਲੇਟਡ ਜ਼ਿਆਦਾ ਹੈ। ਦੈਨ ਇਲੈਕਟ੍ਰੀਕਲ ਅਤੇ ਕੰਪਿਊਟਰ 3 ਸਬਜੈਕਟ ਅਸੀਂ ਹਲੇ ਲਏ ਆ, ਜਿਹਦੇ 'ਚ ਸਿਰਫ ਬੱਚੇ ਨੇ 3 ਸਾਲ ਇੱਥੇ ਪੜ੍ਹਨਾ, ਉੱਥੇ 1 ਸਾਲ ਪੜ੍ਹਨਾ ਹੈ। 1 ਸਾਲ ਦੇ ਵਿੱਚ ਜਿਹੜੀ ਡਿਗਰੀ ਦੇਣੀ ਹੈ, ਜਿਹੜੀ ਉਹ ਇੰਜੀਨੀਅਰਿੰਗ ਦੀ ਉਹ ਡਿਗਰੀ ਦੇਣਗੇ, ਉਹ ਯੂਨੀਵਰਸਿਟੀ ਦੇਊਗੀ। ਫਰਦਰ ਹੈ ਜੇ ਬੱਚੇ ਨੇ ਉੱਥੇ 2 ਸਾਲ ਪੜ੍ਹਨਾ ਹੈ ਕਿ 3+2 ਹੋ ਗਿਆ, ਤਾਂ ਉਹਦੇ 'ਚੋਂ 2 ਡਿਗਰੀਜ਼ ਦੇਣਗੇ, ਅੰਡਰ ਗ੍ਰੈਜੂਏਟ ਦੀ ਡਿਗਰੀ ਵੀ ਜਿਹੜੀ ਜਿਵੇਂ BTech ਦੀ ਡਿਗਰੀ ਹੋਗੀ ਅਤੇ ਪਲੱਸ ਮਾਸਟਰਸ ਦੀ। ਉਹ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਮੇਰੇ ਖਿਆਲ ਹੈ ਨੈਸ਼ਨਲ ਲੈਵਲ 'ਤੇ ਇੱਕ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ, ਕਿਉਂਕਿ ਉੱਥੇ ਆਪਣੇ ਇੱਧਰੋਂ IIT ਤੋਂ ਕੋਈ ਪ੍ਰੋਫੈਸਰ ਸਾਡੇ ਨੋਨ ਹੈ ਜਿਹੜੇ ਉੱਥੇ ਪ੍ਰੈਜ਼ੈਂਟਲੀ ਸਰਵ ਕਰ ਰਹੇ ਆ। ਉਹਨਾਂ ਦੀ ਮਦਦ ਦੇ ਨਾਲ ਉਹ ਯੂਨੀਵਰਸਿਟੀ ਐਗਰੀ ਕੀਤੀ ਹੈ ਕਿ ਅਸੀਂ 3+1 ਵਾਲਾ ਜਿਹੜਾ MOU ਹੈ ਉਹ ਵੀ ਐਪਲੀਕੇਬਲ ਹੈ। ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਬੱਚਿਆਂ ਕੋਲ ਜਾਣਗੀਆਂ, ਵੈਸੇ ਐਵਰੀਥਿੰਗ ਇਜ਼ ਅਵੇਲੇਬਲ ਔਨ ਆਰ ਵੈਬਸਾਈਟ, ਕਿ ਅਗਰ ਤੁਸੀਂ ਵੈਬਸਾਈਟ 'ਤੇ ਦੇਖੋਗੇ ਸਾਰੇ ਜਿੰਨੇ MOU ਹੈ, ਜੋ ਸਾਡੇ ਕੋਲ ਇਨਫਰਾਸਟਰਕਚਰ ਹੈ, ਉਹ ਸਾਰੀਆਂ ਚੀਜ਼ਾਂ ਵੈਬਸਾਈਟ ਦੇ ਉੱਪਰ ਅਵੇਲੇਬਲ ਹੈਗੀਆਂ। ਅਤੇ ਪ੍ਰੈਜ਼ੈਂਟਲੀ ਜਿਹੜੀ ਯੂਨੀਵਰਸਿਟੀ ਹੈ, ਜਿਹੜੇ ਮੈਂ ਤੁਹਾਨੂੰ ਨਵੇਂ ਕੋਰਸ ਦੱਸਿਆ ਉਹ ਤਾਂ ਅਸੀਂ ਐਡ ਕਰ ਹੀ ਰਹੇ ਹਾਂ, ਪਰ ਉਹਦੇ ਨਾਲ ਨਾਲ ਅਸੀਂ ਬੱਚਿਆਂ ਦੀ ਪਲੇਸਮੈਂਟ ਦੇ ਉੱਪਰ, ਕਿਉਂਕਿ ਅਗਰ ਕਈ ਵਾਰੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਹਾਂ ਤਾਂ ਇਹ ਵੀ ਕੁਐਸਚਨ ਆਉਂਦਾ ਕਿ ਜੀ ਬੱਚਿਆਂ ਨੂੰ ਆਪਾਂ ਬਾਹਰ ਜਾਣ ਤੋਂ ਰੋਕਣਾ ਕਿ ਨਹੀਂ ਰੋਕਣਾ ਨਾ। ਤਾਂ ਪਹਿਲਾਂ ਤਾਂ ਇਹੀ ਹੁੰਦਾ ਵੀ ਜੇ ਉਹਨਾਂ ਨੂੰ ਬੈਟਰ ਅਪਰਚੁਨਿਟੀ ਮਿਲਦੀ ਹੈ ਤਾਂ ਫਿਰ ਅਸੀਂ ਕਿਉਂ ਰੋਕਾਂਗੇ। ਅਗਰ ਬੱਚਾ ਪੜ੍ਹ ਲਿਖ ਰਿਹਾ ਹੈ, ਉਹਨੇ ਕੋਈ ਕੰਮ ਕਰਨਾ ਹੈ, ਹਾਲਾਂਕਿ ਬਹੁਤ ਔਖਾ ਹੈ ਭੇਜਣਾ ਪੇਰੈਂਟਸ ਦੇ ਵਾਸਤੇ ਕਿ ਆਪਣੇ ਬੱਚੇ ਨੂੰ ਜਿਹੜਾ ਹਲੇ ਬਹੁਤ ਛੋਟੀ ਏਜ 'ਚ ਹੈ, +2 ਤੋਂ ਬਾਅਦ 'ਚ ਜਾਂ ਮੇਰੇ ਹਿਸਾਬ ਨਾਲ BTech ਤੋਂ ਬਾਅਦ 'ਚ ਵੀ ਜੇ ਜਾਣਾ ਹੈ ਤਾਂ ਉਨਾ ਕਿ ਬੱਚਾ ਮੈਚਿਓਰ ਨਹੀਂ ਹੁੰਦਾ। ਸਾਨੂੰ ਆਪਣੇ ਬੱਚੇ ਨੂੰ ਉੱਥੇ ਭੇਜਣਾ ਵੀ ਉੱਥੇ ਜਾ ਕੇ ਕੰਮ ਕਰੂ, ਉਸੇ ਕਰਕੇ ਭੇਜਦੇ ਹਾਂ ਕਿ ਉਹਨੂੰ ਜ਼ਿਆਦਾ ਬੈਟਰ ਉੱਥੇ ਫੈਸਿਲਿਟੀਜ਼ ਮਿਲਦੀਆਂ। ਤਾਂ ਇੱਥੇ ਵੀ ਅਸੀਂ ਉਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਜਿਹਦੇ 'ਚ ਬੱਚਿਆਂ ਨੂੰ ਕੋਈ ਚੰਗੀ ਪਲੇਸਮੈਂਟ ਮਿਲ ਜੇ, ਜਿਹਦੇ ਵਾਸਤੇ ਅਸੀਂ ਕਾਰਪੋਰੇਟ ਰਿਸੋਰਸ ਸੈਂਟਰ ਯੂਨੀਵਰਸਿਟੀ ਦੇ ਵਿੱਚ ਬਣਾਇਆ। ਤਾਂ ਉਹਦੇ ਜਿਹੜੇ ਪ੍ਰੋਫੈਸਰ ਇੰਚਾਰਜ ਹੈ ਡਾਕਟਰ ਰਾਜੇਸ਼ ਗੁਪਤਾ, ਉਹ ਵੀ ਮੇਰੇ ਨਾਲ ਆਏ ਹੋਏ ਆ, ਜਿਨ੍ਹਾਂ ਦਾ ਪਰਪਸ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਉਹਨਾਂ ਕੋਰਸਾਂ ਦੇ ਨਾਲ ਨਾਲ ਜਿਹੜੀ ਉਹ ਡਿਗਰੀ ਕਰ ਰਹੇ ਹੈ ਕੋਈ ਐਡੀਸ਼ਨਲ ਸਕਿੱਲਸ ਦਿੱਤੀਆਂ ਜਾਣ। ਜੇ ਕੋਈ ਬੱਚਾ ਮੰਨ ਲਓ ਕੰਪਿਊਟਰ ਦੀ ਡਿਗਰੀ ਕਰ ਰਿਹਾ ਤਾਂ ਉਹਨੂੰ ਕੰਪਿਊਟਰ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਨਾਲ ਸਿਖਾ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਥੇ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਬਹੁਤ ਵਧੀਆ ਜੋਬ ਮਿਲ ਜੇ। ਜਾਂ ਉਹਨਾਂ 'ਚੋਂ ਕੋਈ ਬੱਚੇ ਪਹਿਲਾਂ ਹੀ ਬਾਹਰ ਵੀ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਵੀ ਉਸ ਤਰ੍ਹਾਂ ਦੀ ਟ੍ਰੇਨਿੰਗ ਦੇ ਦਿੱਤੀ ਜਾਵੇ ਉਹਦੇ 'ਚ ਕਿ ਉਹਨਾਂ ਨੂੰ IELTS ਦਾ ਕੋਰਸ ਕਰਾਤਾ ਤਾਂ ਕਿ ਉਹਨੂੰ ਕਿਸੇ ਚੰਗੀ ਯੂਨੀਵਰਸਿਟੀ ਦੇ ਵਿੱਚ ਬਾਹਰ ਦਾਖਲਾ ਮਿਲ ਜੇ ਨਾ। ਜਿਸ ਤਰ੍ਹਾਂ ਦੇ ਵੀ ਬੱਚੇ ਦੀ ਅੱਗੇ ਕੋਈ ਅਸੀਂ ਕਾਉਂਸਲਿੰਗ ਤੋਂ ਬਾਅਦ 'ਚ ਡਿਸਾਈਡ ਕਰਦੇ ਹਾਂ ਕਿਸੇ ਨੇ ਅੱਗੇ ਪੜ੍ਹਨਾ, ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਵੀ ਬੱਚਿਆਂ ਵਾਸਤੇ ਯੂਨੀਵਰਸਿਟੀ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ। ਔਰ ਰੀਸੈਂਟਲੀ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ, ਨਿਊਜ਼ ਦੇ ਵਿੱਚ ਵੀ ਆਇਆ ਸੀਗਾ ਕਿ ਅਸੀਂ ਆਈਡੀਆ ਲੈਬ ਐਸਟੈਬਲਿਸ਼ ਕੀਤੀ ਹੈ।
ਆਈਡੀਆ ਲੈਬ ਦਾ ਪਰਪਸ ਥੋੜ੍ਹਾ ਜਿਹਾ ਤਾਂ ਉਹਦੇ ਨਾਂ ਤੋਂ ਹੀ ਹੋ ਗਿਆ। ਆਈਡੀਆ ਮੀਨਸ ਕਿ ਤੁਹਾਡੇ ਮਨ 'ਚ ਅਗਰ ਕੋਈ ਵੀ ਆਈਡੀਆ ਹੈ, ਕੋਈ ਇਨੋਵੇਸ਼ਨ ਹੈ, ਤਾਂ ਉਹਨੂੰ ਤੁਸੀਂ ਰਿਐਲਿਟੀ ਦੇ ਵਿੱਚ ਟਰਨ ਕਰ ਸਕਦੇ ਹੋ। ਤਾਂ ਕਿਉਂਕਿ ਪੰਜਾਬ ਹੈ ਜਿਹੜਾ, ਪੰਜਾਬ 'ਚ ਤੁਸੀਂ ਦੇਖਦੇ ਹੋ ਜਗਾੜ ਟੈਕਨੋਲੋਜੀ ਦੇ ਵਾਸਤੇ ਜਾਂ ਫਰੂਗਲ ਇਨੋਵੇਸ਼ਨ ਦੇ ਵਾਸਤੇ ਨੋਨ ਹੈ, ਕਿ ਜਿੱਥੇ ਕਿਤੇ ਸਾਨੂੰ ਕੋਈ ਲੋੜ ਪੈਂਦੀ ਹੈ ਕਿਸੇ ਚੀਜ਼ ਦੀ ਤਾਂ ਅਸੀਂ ਆਪੇ ਵੀ ਜਗਾੜ ਕਰਕੇ ਉਹਨੂੰ, ਤਾਂ ਉਸ ਤਰ੍ਹਾਂ ਦੀਆਂ ਜਿਹੜੇ ਇਨੋਵੇਸ਼ਨਸ ਹੈ ਉਹ ਬੱਚਿਆਂ ਦੀਆਂ ਟਰਨ ਹੋ ਜਾਣ ਰਿਐਲਿਟੀ ਦੇ ਵਿੱਚ, ਉਹਦਾ ਪ੍ਰੋਟੋਟਾਈਪ ਡਿਵੈਲਪ ਹੋ ਜੇ। ਉਹੋ ਜਿਹੇ ਪਰਪਸ ਦੇ ਨਾਲ ਜਿਹੜੀਆਂ ਉਹ ਲੈਬਸ ਹੈ, ਆਈਡੀਆ ਲੈਬਸ, ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਦਾ ਮਤਲਬ ਇੱਕ ਕਨਸੈਪਟ ਹੈ, ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਉਸ ਤਰ੍ਹਾਂ ਦੀਆਂ ਲੈਬਸ ਐਸਟੈਬਲਿਸ਼ ਕੀਤੀਆਂ। ਪ੍ਰੈਜ਼ੈਂਟਲੀ ਫਸਟ ਉਹਨਾਂ ਨੇ 20 ਲੈਬਸ ਬਣਾਈਆਂ ਥਰੂ ਆਊਟ ਇੰਡੀਆ, ਜਿਹਦੇ ਜੋ ਪੰਜਾਬ ਦੇ ਵਿੱਚ ਇੱਕੋ ਹੀ ਜਿਹੜੀ ਲੈਬ ਹੈ ਉਹ ਬਣਨ ਜਾ ਰਹੀ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ। ਤਾਂ ਉਹ ਲੈਬ ਦਾ ਪਰਪਸ ਵੀ ਇਹੀ ਰਹੂਗਾ ਕਿ ਉਹਦੇ ਵਿੱਚ ਅਸੀਂ ਸਾਰੇ ਜਿੰਨੇ ਸਾਡੇ ਐਫੀਲੀਏਟਡ ਕਾਲਜ ਹੈ ਉਹਨਾਂ ਦੇ ਬੱਚਿਆਂ ਦੀ ਕੰਟੀਨਿਊਸ ਟ੍ਰੇਨਿੰਗ ਚੱਲਦੀ ਰਹੂਗੀ। ਕੋਈ 10 ਦਿਨਾਂ ਦਾ ਪ੍ਰੋਗਰਾਮ, 20 ਦਿਨਾਂ ਦਾ ਪ੍ਰੋਗਰਾਮ ਨਾ, ਕਿਸੇ ਵੀ ਬੱਚੇ ਦੇ ਮਨ ਦੇ ਵਿੱਚ ਕੋਈ ਉੱਦਾਂ ਦਾ ਆਈਡੀਆ ਹੋਊਗਾ ਤਾਂ ਉਹਨੂੰ ਸਾਰੀ ਉੱਥੇ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਾਂਗੇ ਕਿ ਉਹ ਆਪਣੀ ਉਸ ਇਨੋਵੇਸ਼ਨ ਤੇ ਬੇਸਡ ਕੋਈ ਇੱਕ ਪ੍ਰੋਟੋਟਾਈਪ ਮਾਡਲ ਤਿਆਰ ਕਰ ਲੇ, ਜਿਹਨੂੰ ਬਾਅਦ 'ਚ ਬੱਚਾ ਵੀ ਕਮਰਸ਼ੀਅਲਾਈਜ਼ ਕਰ ਸਕਦਾ ਹੈ। ਕਿਉਂਕਿ ਇਹ ਜਿਹੜਾ ਕਨਸੈਪਟ ਵੀ ਆਇਆ, ਇਹ ਆਲਟੋ ਡਿਜ਼ਾਈਨ ਫੈਕਟਰੀ ਜਿਹੜੀ ਹੈਲਸਿੰਕੀ ਯੂਨੀਵਰਸਿਟੀ ਹੈ, ਜਿਹੜੀ ਹੈਲਸਿੰਕੀ ਯੂਨੀਵਰਸਿਟੀ ਨੇ ਆਪਣੀ ਉਹਦੇ ਲੈਬ ਦੇ ਵਿੱਚ ਆਲਟੋ ਡਿਜ਼ਾਈਨ ਫੈਕਟਰੀ ਦੇ ਨਾਲ ਇੱਕ ਇਹ ਆਈਡੀਆ ਸ਼ੁਰੂ ਕੀਤਾ ਸੀ, ਜਿੱਥੇ ਉਹਨਾਂ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਤੀ। ਵਰਕਸ਼ਾਪ ਵੀ ਹੈਗੀ ਹੈ ਉੱਥੇ, ਟੀਚਰਸ ਵੀ ਹੈਗੇ ਆ, ਬੱਚੇ ਆਪਣੀ ਡਿਸਕਸ਼ਨਸ ਵੀ ਕਰ ਸਕਦੇ ਆ, ਜਿੱਥੋਂ ਬਹੁਤ ਜ਼ਿਆਦਾ ਨਵੀਆਂ ਕੰਪਨੀਜ਼ ਡਿਵੈਲਪ ਹੋਈਆਂ ਬੱਚਿਆਂ ਦੇ ਆਈਡੀਆ ਦੇ ਨਾਲ। ਜਿੱਦਾਂ ਨੋਕੀਆ ਹੈਗਾ, ਨੋਕੀਆ ਦੀ ਜਿਹੜੀ ਕੰਪਨੀ ਆ ਉਸ ਲੈਬ ਤੋਂ ਆਈ ਸੀ, ਤਾਂ ਉਹਦੇ ਕਨਸੈਪਟ ਦੇ ਉੱਪਰ ਇਹ ਲੈਬਸ ਡਿਵੈਲਪ ਕੀਤੀਆਂ। ਬਟ ਜਿਹੜੀ ਸਾਡੀ ਯੂਨੀਵਰਸਿਟੀ ਦੀ ਲੈਬ ਹੈ ਉਹ ਇੱਕ ਸਭ ਤੋਂ ਵਿਲੱਖਣ ਇਸ ਕਰਕੇ ਬਣ ਗਈ ਕਿ ਇਟ ਇਜ਼ ਇੰਡੀਆਜ਼ ਫਸਟ ਜਿਹੜੀ ਆਈਡੀਆ ਲੈਬ ਹੈ, ਜਿਹੜੀ ਸਾਰੀ ਹੋਈ ਸਪੋਂਸਰਡ ਹੈ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਤੋਂ ਐਂਡ ਇੰਡਸਟਰੀ ਤੋਂ। ਉਹਦੇ 'ਚ ਉਹਨਾਂ ਦਾ ਮੇਨ ਜਿਹੜਾ ਇੱਕ ਸਿਸਟਮ ਉਸ ਤਰ੍ਹਾਂ ਦਾ ਸੀ ਕਿ 50% ਉਹਨੇ ਕਿਹਾ ਸੀ ਵੀ ਅਸੀਂ ਦੇਵਾਂਗੇ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਨੇ, ਤੇ 50% ਜਿਹੜੀ ਕੰਟਰੀਬਿਊਸ਼ਨ ਸੀ ਉਹ ਜਾਂ ਕੋਈ ਇੰਡਸਟਰੀ ਦੇਵੇ ਜਾਂ ਜਿਹੜੀ ਯੂਨੀਵਰਸਿਟੀ ਹੈ, ਇੰਸਟੀਟਿਊਸ਼ਨ ਆਪਣੇ ਆਪ ਬੀਅਰ ਕਰੇ। ਤਾਂ ਉਹਦੇ 'ਚੋਂ ਸਿਰਫ ਸਾਡੀ ਯੂਨੀਵਰਸਿਟੀ ਹੈ ਜਿਹਨੂੰ ਪੂਰੀ ਦੀ ਪੂਰੀ ਜਿਹੜੀ ਉਹਦੀ ਸਪੋਂਸਰਸ਼ਿਪ ਇੰਡਸਟਰੀ ਤੋਂ ਮਿਲੀ ਹੈ। ਉੱਥੇ ਨਾਲ ਹੀ ਸਾਡੇ ਬਠਿੰਡਾ ਕੈਮੀਕਲ ਲਿਮਟਿਡ ਹੈਗੀ ਹੈ, ਤਾਂ ਉਹਨਾਂ ਨੇ ਈਵਨ 50% ਤੋਂ ਵੀ ਜ਼ਿਆਦਾ ਗ੍ਰਾਂਟ ਦਿੱਤੀ ਹੈ। ਉਹਨੇ ਕਿਹਾ ਵੀ ਸਾਡੇ BCL ਦੇ ਨਾਮ ਦੇ ਉੱਪਰ ਆਈਡੀਆ ਲੈਬ ਦਾ ਨਾਮ ਰੱਖਿਆ ਜਾਵੇ। ਤੇ ਉਸ ਤਰ੍ਹਾਂ ਦੀ ਅਗਰ ਇੰਡਸਟਰੀ ਦੀ ਤੁਹਾਨੂੰ ਉੱਦਾਂ ਦੀ ਲੈਬ ਵਾਸਤੇ ਸਪੋਰਟ ਹੈ ਤਾਂ ਆਟੋਮੈਟਿਕਲੀ ਉਹ ਲੈਬ ਡਿਵੈਲਪ ਵੀ ਵਧੀਆ ਹੋਊਗੀ, ਤੇ ਉਹਦੇ 'ਚ ਆਈਡੀਆ ਜਾਂ ਕਨਸੈਪਟ ਵੀ ਉੱਦਾਂ ਦੇ ਵਧੀਆ ਹੋਣਗੇ। ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਸਪੋਰਟ ਕਰਨਗੀਆਂ ਕਿ ਉਹਨਾਂ ਨੂੰ ਕੋਈ ਉਸ ਤਰ੍ਹਾਂ ਦੀ ਅਪਰਚੁਨਿਟੀ ਜਾਂ ਉਹਨਾਂ ਨੂੰ ਕੋਈ ਜੌਬਸ ਆਪਣੇ ਇੱਥੇ ਹੀ ਮਿਲ ਜੇ, ਤਾਂ ਸਾਨੂੰ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦੀ ਵੀ ਲੋੜ ਨਾ ਪਵੇ। ਇਹਨਾਂ ਦੇ ਉੱਪਰ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੈ। ਫਿਰ ਜਿੱਦਾਂ ਬਹੁਤੇ ਕੋਰਸ ਅਸੀਂ ਕੋਲੈਬੋਰੇਸ਼ਨ ਦੇ ਵਿੱਚ ਵੀ ਚਲਾ ਰਹੇ ਹਾਂ, ਜਿੱਦਾਂ ਸਾਡੇ ਨਾਲ ਬਿਲਕੁਲ ਬਠਿੰਡੇ ਏਮਸ ਆ ਗਿਆ ਜਿਹੜਾ ਪ੍ਰੋਪਰਲੀ ਐਸਟੈਬਲਿਸ਼ ਹੋ ਗਿਆ, ਤਾਂ ਏਮਸ ਦੇ ਨਾਲ ਮਿਲ ਕੇ ਵੀ ਅਸੀਂ ਨਵੇਂ ਕੋਰਸ ਸ਼ੁਰੂ ਕੀਤੇ ਆ, ਜਿਹਦੇ 'ਚੋਂ ਮੇਨਲੀ ਜਿਹੜਾ ਇੱਕ ਅਸੀਂ ਸ਼ੁਰੂ ਕੀਤੀ ਹੈ MBA ਇਨ ਹਸਪੀਟਲ ਇੰਜੀਨੀਅਰਿੰਗ, ਇਨ ਹਸਪੀਟਲ ਐਡਮਿਨਿਸਟ੍ਰੇਸ਼ਨ। ਤਾਂ ਆਉਣ ਵਾਲੇ ਟਾਈਮ 'ਚ ਉਸ ਦਾ ਨਵੇਂ ਹੋਰ ਕੋਰਸ ਵੀ ਉਹੀ ਜਿਹੀ ਕੋਲੈਬੋਰੇਸ਼ਨ ਦੇ ਨਾਲ, ਕਿਉਂਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ, ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਾਡੀ ਨਵੀਂ ਆ ਗਈ, ਉਹਦੇ ਕਨਸੈਪਟ ਦੇ ਉੱਪਰ ਵੀ ਜਿੱਥੇ ਉਹ ਕਹਿੰਦੇ ਵੀ ਤੁਹਾਡਾ ਜ਼ਿਆਦਾ ਚੀਜ਼ਾਂ, ਤੁਹਾਡਾ ਕ੍ਰੈਡਿਟ ਬੈਂਕ ਹੋਣਾ ਚਾਹੀਦਾ ਜੀ, ਬੱਚਾ 1 ਸਾਲ ਬਾਅਦ ਛੱਡ ਕੇ ਜਾਣਾ ਚਾਹਵੇ ਛੱਡ ਕੇ ਜਾ ਸਕਦਾ ਹੈ। ਹੁਣ ਪਹਿਲਾਂ ਕੀ ਕੰਡੀਸ਼ਨਾਂ ਸੀ ਕਿ ਬਹੁਤੇ ਬੱਚੇ ਸਾਡੇ ਕੋਲ ਉਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਅਗਰ ਉਹਨੇ 2 ਸਾਲ ਦੀ ਡਿਗਰੀ ਦੇ ਵਿੱਚ ਦਾਖਲਾ ਲੈ ਲਿਆ, ਤਾਂ ਜਦੋਂ 4 ਸਾਲ ਪੂਰੇ ਹੋ ਗਏ, ਜੇ ਉਹਦੀ ਡਿਗਰੀ ਪੂਰੀ ਨਹੀਂ ਹੋਈ, ਜਿੰਨਾ ਉਹਨੇ ਪੜ੍ਹਿਆ ਉਹਦਾ ਸਾਰਾ ਵਿਅਰਥ ਜਾਂਦਾ ਸੀ, ਕਿਉਂਕਿ ਉਹਦਾ ਕੋਈ ਕ੍ਰੈਡਿਟ ਨਹੀਂ ਸੀ ਮਿਲਦਾ। ਤਾਂ ਉਸ ਚੀਜ਼ 'ਤੇ ਵੀ ਅਸੀਂ ਕੰਮ ਸ਼ੁਰੂ ਕਰ ਲਿਆ, ਜਿਹਦੇ 'ਚ ਅਸੀਂ ਹਰ 1 ਸਾਲ ਬਾਅਦ, ਜੇ ਬੱਚਾ 1 ਸਾਲ ਬਾਅਦ ਜਦੋਂ ਪੂਰਾ ਹੋਗਾ ਉਹਨੂੰ ਸਰਟੀਫਿਕੇਟ ਕੋਰਸ ਮਿਲੂਗਾ, ਸਰਟੀਫਿਕੇਟ ਮਿਲੂਗਾ ਜਿਹਨੂੰ ਅਸੀਂ ਕਹਾਂਗੇ ਸਰਟੀਫਿਕੇਟ। 2 ਸਾਲ ਹੋ ਗਏ ਡਿਪਲੋਮੇ ਦਾ ਸਰਟੀਫਿਕੇਟ ਦੇਵਾਂਗੇ, 3 ਸਾਲ ਹੋ ਗਏ ਜਿਹੜਾ ਐਡਵਾਂਸ ਡਿਪਲੋਮਾ, ਤੇ 4 ਸਾਲ ਬਾਅਦ ਡਿਗਰੀ। ਤਾਂ ਹੁਣ ਇਹ ਵੀ ਆ ਗਿਆ ਕਿ ਬੱਚਾ 1 ਸਾਲ ਬਾਅਦ ਅਗਰ ਉਹਨੇ ਕੋਈ ਵੀ ਆਪਣਾ ਕੰਮ ਧੰਦਾ ਕਰਨਾ ਹੈ ਤਾਂ ਉਹ 1 ਸਾਲ ਬਾਅਦ ਆਪਣੀ ਜਿਹੜੀ ਪੜ੍ਹਾਈ ਹੈ ਛੱਡ ਸਕਦਾ ਹੈ। ਉਹਦਾ 2 ਸਾਲ ਬਾਅਦ ਫਿਰ ਮਨ ਕਰਦਾ ਦੁਬਾਰੇ ਫਿਰ ਸੈਕੰਡ ਈਅਰ 'ਚ ਆ ਸਕਦਾ ਹੈ, ਜਾਂ ਕਿਤੇ ਹੋਰ ਵੀ ਦਾਖਲਾ ਲੈਣਾ ਹੈ, ਕਿਉਂਕਿ ਤੁਹਾਨੂੰ 1 ਸਾਲ ਦਾ ਸਰਟੀਫਿਕੇਟ ਮਿਲ ਗਿਆ, ਤੁਸੀਂ ਹੋਰ ਕਿਸੇ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ ਉੱਥੇ ਵੀ ਜਾ ਸਕਦੇ ਹਾਂ। ਇਹੋ ਜਿਹੇ ਕਨਸੈਪਟ ਵੀ ਸ਼ੁਰੂ ਕੀਤੇ ਆ, ਪਰ ਉਹਦੇ ਨਾਲ ਅਸੀਂ ਜਿਹੜੀਆਂ ਚੀਜ਼ਾਂ ਐਡ ਕੀਤੀਆਂ ਕਿ ਇੱਕ ਤਾਂ ਵੈਸੇ ਹੀ ਹੈ ਕਿ ਉਹਨੇ ਇੱਕ ਕੋਰਸ ਦਾਖਲਾ ਲਿਆ, ਜਿੱਦਾਂ ਮੈਂ ਕਹਾਂ ਵੀ ਇੰਜੀਨੀਅਰਿੰਗ ਦੇ ਵਿੱਚ ਲੈ ਲਿਆ, ਤੇ ਉਹਦਾ 1 ਸਾਲ ਪੂਰਾ ਹੋ ਗਿਆ, ਉਹਨੂੰ ਸਰਟੀਫਿਕੇਟ ਕੋਰਸ ਦਿੱਤਾ, ਪਰ ਉਹਦਾ ਕੋਈ ਪਰਪਸ ਸੋਲਵ ਨਹੀਂ ਹੁੰਦਾ। ਤਾਂ ਉਹਦੇ ਵਾਸਤੇ ਵੀ ਅਸੀਂ ਨਾਲ ਕੋਈ ਐਡੀਸ਼ਨਲ ਸਕਿੱਲਸ ਦੇ ਉੱਪਰ ਕੰਮ ਕਰ ਰਹੇ ਹਾਂ ਕਿ ਜੇ 1 ਸਾਲ ਜਦੋਂ ਬੱਚਾ ਸਾਡੇ ਕੋਲ ਇੰਜੀਨੀਅਰਿੰਗ ਦਾ ਆਉਂਦਾ ਹੈ, ਉਹਨੂੰ ਕੋਈ ਬਿਲਡਿੰਗ ਸਿਖਾ ਦਈਏ, ਜਾਂ ਉਹਨੂੰ ਕਿਸੇ ਤਰ੍ਹਾਂ ਦੀ ਹੋਰ ਕੋਈ ਜਿਵੇਂ ਮੋਟਰ ਰਿਪੇਅਰ ਹੋ ਗਈ, ਕੋਈ ਪੱਖੇ ਹੋ ਗਏ, ਕਿ ਉਹਨਾਂ ਕੁ ਕੰਮ ਉਹਨੂੰ ਉਹਦੇ ਹੈਂਡ ਔਨ ਸਕਿੱਲਸ ਦੇ ਦਈਏ, ਤਾਂ ਕਿ ਜੇ 1 ਸਾਲ ਬਾਅਦ ਉਹ ਛੱਡ ਕੇ ਵੀ ਜਾਵੇ
ਤਾਂ ਉਹਨੂੰ ਕਿਸੇ ਨਾ ਕਿਤੇ ਉਸ ਤਰ੍ਹਾਂ ਦੀ ਜਾਂ ਜੌਬ ਮਿਲ ਜੇ ਜਾਂ ਕੋਈ ਆਪਣਾ ਕੰਮ ਸ਼ੁਰੂ ਕਰ ਲੇ। ਇਹਨਾਂ ਕੰਮਾਂ ਦੇ ਉੱਪਰ ਵੀ ਜਾਂ ਇਹਨਾਂ ਚੀਜ਼ਾਂ ਦੇ ਉੱਪਰ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੈ। ਤਾਂ ਉਹਦੇ 'ਚ ਮੇਰਾ ਆਉਣ ਦਾ ਪਰਪਸ ਸੀ ਕਿ ਤੁਹਾਡੇ ਸਾਰਿਆਂ ਦਾ ਇਹ ਸਹਿਯੋਗ ਚਾਹੀਦਾ ਕਿ ਉਹ ਜਿਹੜੀਆਂ ਚੀਜ਼ਾਂ ਜੋ ਵੀ ਕੋਈ ਨਵੀਂ ਚੀਜ਼ ਡਿਵੈਲਪ ਹੋ ਰਹੀ ਹੈ ਉਹ ਪਬਲਿਕ ਤੱਕ ਜ਼ਰੂਰ ਜਾਵੇ, ਤਾਂ ਕਿ ਜੋ ਐਕਚੁਅਲ ਬੱਚਿਆਂ ਨੂੰ ਉਹਦਾ ਬੈਨੀਫਿਟਸ ਜ਼ਰੂਰ ਮਿਲਦੀ ਹੈ। ਜਿੰਨੀਆਂ ਸਾਡੀਆਂ ਇੰਸਟੀਟਿਊਸ਼ਨਸ ਹੈ ਇਹਨਾਂ ਸਾਰੀਆਂ ਦਾ ਐਨੂਅਲੀ ਅਕੈਡਮਿਕ ਆਡਿਟ ਚੈੱਕ ਹੁੰਦਾ ਹੈ। ਸਾਰੀਆਂ ਚੀਜ਼ਾਂ ਇਹਨਾਂ ਦਾ ਫੈਕਲਟੀ ਸਟਾਫ ਕਲਾਸਾਂ ਦਾ ਸ਼ਡਿਊਲ, ਜਿਵੇਂ ਹੁਣ ਇਹ ਇੰਸਟੀਟਿਊਸ਼ਨ ਤਾਂ ਮੈਂ ਕਹਾਂਗਾ ਕਿ ਸਾਡੀ ਇੱਕ ਵਨ ਆਫ ਦਾ ਬੈਸਟ ਇੰਸਟੀਟਿਊਸ਼ਨ ਹੈ, ਤਾਂ ਉਸੇ ਤਰ੍ਹਾਂ ਹੀ ਸਾਰੀਆਂ ਇੰਸਟੀਟਿਊਸ਼ਨਸ ਨੂੰ ਵੀ ਸਪੋਰਟ ਕਰ ਰਹੇ ਹਾਂ। ਪਰ ਮੇਰੇ ਹਿਸਾਬ ਨਾਲ ਜ਼ਿਆਦਾ ਵੱਡੀ ਸਪੋਰਟ ਜਿੰਨੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਆਈਆਂ ਉਹਨਾਂ ਦੀ ਟੈਕਨੀਕਲ ਯੂਨੀਵਰਸਿਟੀਜ਼ ਨੂੰ ਹੋਈ ਹੈ। ਜਦੋਂ ਉਸ ਟਾਈਮ ਤੇ ਜਦੋਂ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਸੀ, ਬੱਚੇ ਸੀ ਆਉਂਦਾ, ਤਾਂ ਉਦੋਂ ਜਿਹੜਾ ਇੱਕ ਸਿਸਟਮ ਖੜਾ ਕੀਤਾ ਜਿਹਦੇ 'ਚ, ਕਿਉਂਕਿ ਜੇ ਯੂਨੀਵਰਸਿਟੀ ਵੀ ਡਿਵੈਲਪ ਹੁੰਦੀ ਹੈ ਤਾਂ ਜਿੰਨੀਆਂ ਸਾਡੇ ਇਹਨਾਂ ਕਾਲਜਾਂ ਤੋਂ ਵੀ ਕਿਸੇ ਦੀ ਐਪਲੀਕੇਸ਼ਨ ਫੀਸ ਜਮ੍ਹਾਂ ਹੋਣੀ ਹੈ, ਕਿਸੇ ਦਾ ਹੋਰ ਹੋਣਾ ਹੈ, ਤਾਂ ਉਹ ਸਾਰਿਆਂ ਦੀ ਸਪੋਰਟਸ ਦੇ ਨਾਲ ਹੀ ਜਿਹੜੀ ਯੂਨੀਵਰਸਿਟੀ ਬਣੀ ਹੈ। ਬੇਸ਼ੱਕ ਮੈਂ PTU ਜਲੰਧਰ ਦੀ ਗੱਲ ਕਰ ਲਾਂ, ਬੇਸ਼ੱਕ ਬਠਿੰਡਾ ਯੂਨੀਵਰਸਿਟੀ ਦੀ ਗੱਲ ਕਰ ਲਾਂ, ਤਾਂ ਆਟੋਮੈਟਿਕਲੀ ਜਿਵੇਂ ਹੁਣ ਯੂਨੀਵਰਸਿਟੀ ਗਰੋ ਹੋਗੀ ਤਾਂ ਹੁਣ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਪ੍ਰੋਪਰ ਸਪੋਰਟ ਕਰੀਏ, ਤਾਂ ਕਿ ਹਰ ਇੱਕ ਬੱਚੇ ਨੂੰ ਜਿੱਥੇ ਉਹਦਾ ਘਰ ਹੈ ਨੇੜੇ ਉੱਥੇ ਹੀ ਵਧੀਆ ਇੰਸਟੀਟਿਊਸ਼ਨ ਮਿਲ ਜੇ ਤੇ ਉੱਥੋਂ ਹੀ ਆਪਣਾ ਉਹ ਕੋਰਸ ਜਿਹੜਾ ਕੰਪਲੀਟ ਕਰ ਸਕੇ। ਈਵਨ ਯੂਨੀਵਰਸਿਟੀ ਨੇ ਆਪਣੇ ਵੀ ਨਾਲ ਉਹੋ ਜਿਹੇ ਸੈਂਟਰ ਵੀ ਅਸੀਂ ਸ਼ੁਰੂ ਕੀਤੇ ਹੈ, ਜਿੱਦਾਂ ਅਸੀਂ PIT ਦੇ ਨਾਮ ਤੇ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ, ਤਾਂ ਇਸ ਏਰੀਏ 'ਚ ਸਾਡਾ ਹੈਗਾ ਮੋਗੀ ਜਿਹੜਾ PIT ਮੋਗਾ, ਜਿੱਥੇ ਉਹ ਪਹਿਲਾਂ ਪੋਲੀਟੈਕਨਿਕ ਕਾਲਜ ਸੀ ਰੋਡੇ, ਉੱਥੇ ਉਹ PIT ਵੀ ਚੱਲ ਰਹੀ ਹੈ। ਉਹਦੇ 'ਚ ਵੀ ਸਾਰੇ ਉਸ ਤਰ੍ਹਾਂ ਦੇ ਕੋਰਸ ਹੈਗੇ ਆ, ਉਹਦੇ ਵਿੱਚ ਵੀ ਬੱਚਿਆਂ ਨੂੰ ਕਿਸੇ ਨੇ ਉੱਥੇ ਦਾਖਲਾ ਲੈਣਾ ਉੱਥੇ ਦਾਖਲਾ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੀ PIT ਆਨੰਦਗੜ੍ਹ ਵੀ ਹੈਗੀ ਹੈ। ਪਰ ਜਿਹੜਾ ਇਹ ਕਾਲਜ ਹੈ, ਜਿਹੜਾ ਮੈਂ PIT ਮੋਗੇ ਦੀ ਗੱਲ ਕਰਦਾ ਸੀ, ਤੇ ਇੱਕ ਸਾਡਾ PIT ਰਾਜਪੁਰਾ, ਇਹ ਦੋ ਇੰਸਟੀਟਿਊਸ਼ਨਸ ਬਹੁਤ ਵਧੀਆ ਜਿਹੜੇ ਬੱਚਿਆਂ ਦੀਆਂ ਐਡਮਿਸ਼ਨਸ ਲਾਸਟ ਈਅਰ ਤੋਂ ਹੋ ਰਹੀਆਂ। ਤਾਂ ਮੇਰੇ ਖਿਆਲ ਇਸ ਵਾਰੀ ਦੇ ਦਾਖਲਿਆਂ ਤੋਂ ਬਾਅਦ 'ਚ ਇਹਨਾਂ ਦੋਨਾਂ ਇੰਸਟੀਟਿਊਸ਼ਨ ਦੇ ਵਿੱਚ ਸਾਡੇ ਕੋਲੇ 700-800 ਬੱਚਾ ਇੱਕ ਇੰਸਟੀਟਿਊਸ਼ਨ 'ਚ ਹੋ ਜਾਊਗਾ। ਤਾਂ ਉਹ ਕਿਉਂਕਿ ਜਿਵੇਂ ਜਿਵੇਂ ਬੱਚੇ ਆਈ ਜਾਣਗੇ ਉਵੇਂ ਹੀ ਫਿਰ ਉਹ ਜਿਹੜੀ ਇੰਸਟੀਟਿਊਸ਼ਨ ਉਹ ਵੀ ਗਰੋ ਕਰੂਗੀ। ਤਾਂ ਉੱਥੇ ਵੀ ਬਹੁਤ ਤਰ੍ਹਾਂ ਦੇ ਕੋਰਸ ਸਾਡੇ ਚੱਲ ਰਹੇ ਆ, ਉੱਥੇ ਵੀ ਬੱਚਿਆਂ ਨੂੰ ਅਸੀਂ ਉਹ ਵੀ ਇਨਫੋਰਮੇਸ਼ਨ ਹੈ ਕਿ ਉੱਥੇ ਵੀ ਦਾਖਲਾ ਲਿਆ ਜਾ ਸਕਦਾ ਹੈ। ਬਟ ਇੱਕ ਹੋਰ ਸਾਰਿਆਂ ਤੋਂ ਵਧੀਆ ਅਸੀਂ ਇੱਕ ਪਟਿਆਲਾ ਦੇ ਵਿੱਚ ਸ਼ੁਰੂ ਕੀਤਾ, ਜਿਹੜਾ ਸਾਡਾ ਪਸਾਗ ਕਰਕੇ ਹੈਗਾ, ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ, ਜਿਹੜਾ ਮੇਰੇ ਖਿਆਲ ਹੈ ਨਾਰਥ ਇੰਡੀਆ ਦੇ ਵਿੱਚ ਇੱਕ ਆਪਣੀ ਤਰ੍ਹਾਂ ਦਾ ਕਾਲਜ ਹੈ ਜਿੱਥੇ ਐਕਚੁਅਲ 'ਚ ਫਲਾਈਂਗ ਵੀ ਹੁੰਦੀ ਹੈ। ਅਦਰਵਾਈਜ਼ ਐਰੋਨੋਟੀਕਲ ਦੇ ਕਾਲਜ ਹੋਰ ਥਾਵਾਂ 'ਤੇ ਵੀ ਚੱਲ ਰਹੇ ਹੈ, ਜਿੱਦਾਂ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਵੀ ਚੱਲ ਰਿਹਾ ਹੈ। ਪਰ ਜਿਹੜਾ ਸਾਡੀ PIT ਦੇ ਵਿੱਚ ਜਿਹੜਾ ਉਸ ਕਾਲਜ ਦੇ ਵਿੱਚ ਕੋਰਸ ਚੱਲਦਾ ਹੈ, ਉਹਦੇ 'ਚ ਐਕਚੁਅਲ 'ਚ ਫਲਾਈਂਗ ਹੁੰਦੀ ਹੈ ਕਾਫੀ ਜ਼ਿਆਦਾ। ਉੱਥੇ ਸਾਡੇ MOU ਵਧੀਆ ਹੋਇਆ, ਔਰ ਉਹ ਕਾਲਜ ਡਿਵੈਲਪ ਵੀ ਰੂਸਾ ਦੀ ਗ੍ਰਾਂਟ ਦੇ ਨਾਲ ਹੋਇਆ। ਉੱਥੇ ਵੀ ਬਹੁਤ ਵਧੀਆ ਆਪਣਾ ਇੱਕ ਸਪੈਸ਼ਲਾਈਜ਼ਡ ਕੋਰਸ ਹੈ, ਸਿਰਫ ਉੱਥੇ BSc ਐਰੋਨੋਟੀਕਲ ਜਾਂ ਉਸ ਤਰ੍ਹਾਂ ਦੇ ਕੋਰਸ ਹੀ ਹੈ ਜਿਹੜੇ ਉਹਦੇ ਨਾਲ ਹੀ ਰਿਲੇਟਡ ਹੈ, ਸਪੈਸ਼ਲਾਈਜ਼ਡ ਹੈ। ਤਾਂ ਉਹ ਵੀ ਇੱਕ ਗਾਈਡੈਂਸ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਕਿ ਅਗਰ ਕਿਸੇ ਬੱਚੇ ਦਾ ਉਸ ਪਾਸੇ ਇੰਟਰਸਟ ਹੈ ਤਾਂ ਉੱਥੇ ਵੀ ਉਹ ਦਾਖਲਾ ਲੈ ਸਕਦੇ ਆ। ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਯੂਨੀਵਰਸਿਟੀ ਬਾਰੇ ਬਰੀਫ ਕਰਤਾ, ਕੋਰਸਾਂ ਦੇ ਬਾਰੇ ਕਰਤਾ ਨਾ। ਬਾਕੀ ਚੀਜ਼ਾਂ ਅਵੇਲੇਬਲ ਹੈਗੀਆਂ ਸਾਡੇ ਨੈੱਟ ਦੇ ਉੱਪਰ, ਉਹਨਾਂ ਦਾ ਸ਼ਡਿਊਲ ਵੀ ਇਵਨ ਪਾਇਆ ਹੋਇਆ ਸਾਡੀ ਵੈਬਸਾਈਟ 'ਤੇ ਕਿ ਕਦੋਂ ਉਹ 'ਚ ਦਾਖਲੇ ਹੋਣੇ ਆ। ਕਾਫੀ ਜ਼ਿਆਦਾ 1 ਜਾਂ 2 ਰਾਊਂਡ ਐਡਮਿਸ਼ਨ ਦੇ ਵੀ ਖਤਮ ਹੋ ਗਏ, ਤਾਂ ਉਹ ਵੀ ਅਗਰ ਬੱਚਿਆਂ ਦੇ ਜਾਂ ਉਹਨਾਂ ਦੇ ਪੇਰੈਂਟਸ ਤੱਕ ਇਨਫੋਰਮੇਸ਼ਨ ਜਾਵੇ ਤਾਂ ਕਿ ਉਹ ਆਪਣੀ ਸਹੀ ਸਮਝ ਦੇ ਨਾਲ, ਸਹੀ ਸੋਚ ਦੇ ਨਾਲ ਜਿਹੜਾ ਕਾਲਜ ਹੈ ਉਹ ਸਿਲੈਕਟ ਕਰ ਸਕਣ। ਰਿਫਾਈਨਰੀ ਨਾਲ ਪ੍ਰੈਜ਼ੈਂਟਲੀ ਸਾਡਾ ਜਿਹੜਾ ਗੱਲਬਾਤ ਚੱਲ ਰਹੀ ਹੈ, ਪ੍ਰੋਬੇਬਲੀ ਇੱਕ ਕੰਮ ਤਾਂ ਅਸੀਂ ਉਹਨਾਂ ਦਾ ਸ਼ੁਰੂ ਕਰਤਾ, ਜਿਹੜਾ ਉਹਨਾਂ ਦੇ ਜਿਹੜੇ ਆਪਣੇ ਐਗਜ਼ੈਕਟਿਵਸ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਹੈ। ਉਹ ਜਿਹੜੀ ਟ੍ਰੇਨਿੰਗ ਪਹਿਲਾਂ ਕਰਾ ਰਹੇ ਸੀ IIT ਤੋਂ ਜਾਂ IIM ਤੋਂ ਆਪਣੇ EMPLOYEES ਭੇਜਦੇ ਸੀ, ਕਿਉਂਕਿ ਇੱਕ ਤਾਂ ਇੰਡਸਟਰੀ ਦੇ ਵਿੱਚ ਉਨੇ EMPLOYEES ਸਪੇਅਰ ਹੀ ਨਹੀਂ ਹੋ ਸਕਦੇ ਜਦੋਂ ਚੱਲ ਰਹੀ ਹੈ ਇੰਡਸਟਰੀ। ਤਾਂ ਉਹਨਾਂ ਵਾਸਤੇ ਵੀ ਔਖਾ ਸੀ ਕਿ ਉੱਥੇ ਭੇਜਦੇ ਸੀ, ਖਰਚਾ ਵੀ ਜ਼ਿਆਦਾ ਪੈਂਦਾ ਸੀ, ਕੰਮ ਵੀ ਬੰਦ ਹੁੰਦਾ ਸੀ ਨਾ। ਤਾਂ ਉਸ ਟਾਈ ਅਪ 'ਚ ਅਸੀਂ ਉਹਦੇ ਜਿਹੜੇ ਮੋਡਿਊਲਸ ਡਿਵੈਲਪ ਕਰ ਰਹੇ ਹਾਂ ਕਿ ਉਹ ਟ੍ਰੇਨਿੰਗ ਅਸੀਂ ਸਾਡੀ ਆਪਣੀ ਯੂਨੀਵਰਸਿਟੀ ਦੇ ਵਿੱਚ ਦੇਵਾਂਗੇ। ਉਹਦੇ ਨਾਲ ਹੀ ਕੁਛ ਉਹਨਾਂ ਦੀ ਰਿਕੁਆਇਰਮੈਂਟ ਹੈ, ਉੱਥੇ ਜ਼ਿਆਦਾ ਕੈਮੀਕਲ ਨਾਲ ਰਿਲੇਟਡ ਕੋਰਸਸ ਹੈਗੇ ਆ। ਤਾਂ ਸਾਡੇ ਇੱਥੇ ਨਾਲ ਹੀ ਫਿਰੋਜ਼ਪੁਰ ਆਪਣੇ ਕੋਲ ਯੂਨੀਵਰਸਿਟੀ ਹੈਗੀ ਆ ਜਿੱਥੇ ਕੈਮੀਕਲ ਇੰਜੀਨੀਅਰਿੰਗ ਚੱਲਦੀ ਹੈ। ਤਾਂ ਉਸ ਤਰ੍ਹਾਂ ਦਾ ਟਾਈ ਅਪ ਵੀ ਹੈ ਕੋਲੈਬੋਰੇਟਿਵ ਦੇ ਵਿੱਚ ਕਿ ਉਸ ਤਰ੍ਹਾਂ ਦਾ ਕੋਈ ਡਿਪਲੋਮਾ ਜਾਂ ਡਿਗਰੀ ਸ਼ੁਰੂ ਕੀਤੀ ਜਾਵੇ, ਤੇ ਹੋਰ ਵੀ ਜਿਹੜੇ ਕੋਰਸ ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਜਾਂ ਜਿਹੜੇ ਉਹਨਾਂ ਦੀ ਰਿਕੁਆਇਰਮੈਂਟ ਹੋਊਗੀ ਉਹੋ ਜਿਹੇ ਕੋਰਸ ਵੀ ਅਸੀਂ ਆਉਣ ਵਾਲੇ ਟਾਈਮ 'ਚ ਸ਼ੁਰੂ ਕਰਾਂਗੇ। ਇਹ ਹੈ ਕਿ ਉਹਦੇ ਸਾਡੇ ਜਿਹੜੇ ਪੁਰਾਣੇ ਪਾਸ ਆਊਟ ਸਟੂਡੈਂਟ ਹੈ, ਕਿਉਂਕਿ ਜਿਹੜਾ ਕਾਲਜ ਤੇ 89 'ਚ ਬਣ ਗਿਆ ਸੀ, ਉਹਨਾਂ ਦਾ ਇੱਕ ਪੂਲ ਹੋਊਗਾ ਸਾਰਿਆਂ ਦਾ, ਕੋਈ ਉਹਨਾਂ 'ਚੋਂ ਬਹੁਤੇ ਜ਼ਿਆਦਾ ਕੋਈ ਬਾਹਰ ਹੈਗੇ ਹੈ, ਕੋਈ ਚੰਗੀ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ, ਕੋਈ ਕਿਸੇ ਐਡਮਿਨਿਸਟ੍ਰੇਟਿਵ ਲੈਵਲ 'ਤੇ ਕੰਮ ਕਰ ਰਿਹਾ, ਅਤੇ ਨਾਲ ਹੀ ਉਹਦੇ 'ਚ ਅਸੀਂ ਜਿਹੜੀਆਂ ਡਿਫਰੈਂਟ ਇੰਡਸਟਰੀਜ਼ ਹੈ, ਮਲਟੀਨੈਸ਼ਨਲ ਕੰਪਨੀਜ਼ ਹੈ, ਉਹ ਵੀ ਉਹਦੇ 'ਚ ਪੂਲ ਹੋਣਗੀਆਂ। ਅਤੇ ਉਹ ਕਾਮਨ ਇੱਕ ਪਲੇਟਫਾਰਮ 'ਤੇ ਸਾਡੇ ਜਿਹੜੇ ਆਪਣੇ ਬੱਚੇ ਹੈ ਥਰੂ ਆਊਟ ਜਿੰਨੀ ਸਾਡੀ ਜੂਰਿਸਡਿਕਸ਼ਨ ਹੈ, ਇਹ ਨਹੀਂ ਵੀ ਇਕੱਲੀ ਯੂਨੀਵਰਸਿਟੀ ਦੇ, ਬਾਕੀ ਜਿਹੜੇ ਐਫੀਲੀਏਟਡ ਕਾਲਜ ਹੈ ਉਹਨਾਂ ਦੇ ਬੱਚੇ ਵੀ, ਤਾਂ ਦੇ ਵਿਲ ਸਪੋਰਟ ਟੂ ਈਚ ਅਦਰ।
ਕਿ ਮੰਨ ਲਓ ਜਿਹੜੇ ਪੁਰਾਣੇ ਬੱਚੇ ਕਿਤੇ ਜੌਬ ਕਰ ਰਹੇ ਆ ਦੇ ਵਿਲ ਗਾਈਡ ਕਿ ਜੀ ਤੁਸੀਂ ਇਸ ਤਰ੍ਹਾਂ ਦਾ ਸੌਫਟਵੇਅਰ ਸਿੱਖ ਲਓ ਤਾਂ ਕਿ ਜਿਵੇਂ ਤੁਹਾਡੀ ਡਿਗਰੀ ਹੋਊਗੀ ਤੁਹਾਨੂੰ ਆਹ ਵਾਲੀ ਜੌਬ ਮਿਲ ਸਕਦੀ ਹੈ, ਜਾਂ ਉਹਨਾਂ ਦੀ ਕੋਈ ਰਿਕਮੈਂਡੇਸ਼ਨ ਚਾਹੀਦੀ ਹੈ ਜੌਬ ਪਲੇਸਮੈਂਟ ਵਾਸਤੇ ਨਾ, ਤਾਂ ਉਹ ਵੀ ਕਰਨਗੇ। ਇੰਡਸਟਰੀਜ਼ ਦੀਆਂ ਜਿਹੜੀਆਂ ਜੌਬਸ ਹੈ ਉਹ ਵੀ ਉਹਦੇ ਫਲੋਟ ਹੋਣਗੀਆਂ ਕਿ ਸਾਨੂੰ ਐਸ ਪਰਟੀਕੂਲਰ ਫੀਲਡ ਦੇ ਵਿੱਚ ਇੰਨੇ ਕੰਪਲਾਈ ਚਾਹੀਦੇ ਆ ਤਾਂ ਕਿ ਕਾਮਨਲੀ ਉੱਥੋਂ ਬੱਚੇ ਅਪਲਾਈ ਕਰਨ। ਤਾਂ ਉਹ ਜਿਹੜਾ ਸੈਂਟਰ ਹੈ ਆਉਣ ਵਾਲੇ ਅਗਰ ਸਾਲ ਜਾਂ 2 ਸਾਲ 'ਚ ਪ੍ਰੋਪਰਲੀ ਇਸਟੈਬਲਿਸ਼ ਹੋ ਜਾਂਦਾ ਹੈ ਤਾਂ ਮੇਰੇ ਖਿਆਲ ਇੱਕ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਜਿਹੜਾ ਸੈਂਟਰ ਹੋਊਗਾ ਜਿਹਦੇ ਨਾਲ ਜਿਹੜੇ ਸਾਡੇ ਬੱਚਿਆਂ ਨੂੰ ਐਕਚੁਅਲ 'ਚ ਸਪੋਰਟ ਕਰੂਗਾ ਉਹਨਾਂ ਦੀ ਪਲੇਸਮੈਂਟ ਵਾਸਤੇ। ਅਦਰਵਾਈਜ਼ ਕੀ ਹੈ ਕਿ ਜੇ ਅਸੀਂ ਆਪਣੇ ਕਰਿਕੂਲਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਐਡ ਕਰਦੇ ਹਾਂ ਤਾਂ ਜਿਹੜਾ ਬੇਸਿਕ ਪਰਪਸ ਹੈ ਐਜੂਕੇਸ਼ਨ ਦਾ ਉਹ ਡਿਫੀਟ ਹੁੰਦਾ ਹੈ, ਕਿਉਂਕਿ ਇਕੱਲਾ ਪੜ੍ਹਾਉਣ ਦਾ ਮਤਲਬ ਇਹ ਨਹੀਂ ਵੀ ਠੀਕ ਹੈ ਹੁਣ ਮੈਜੋਰਿਟੀ 'ਚ ਇਹ ਹੋ ਗਿਆ ਕਿ ਬੱਚੇ ਨੂੰ ਜੌਬ ਅਸੀਂ ਉਸ ਹਿਸਾਬ ਨਾਲ ਦਾਖਲਾ ਦਿਵਾਉਂਦੇ ਹਾਂ, ਬਟ ਅਦਰਵਾਈਜ਼ ਜਿਹੜਾ ਐਜੂਕੇਸ਼ਨ ਦਾ ਪਰਪਸ ਹੈ ਨਾ ਕਿ ਬੱਚੇ ਨੂੰ ਪੂਰੀ ਹਰ ਇੱਕ ਚੀਜ਼ ਸਿਖਾਈ ਜਾਵੇ, ਨੌਲੇਜ ਵੀ ਉਹਨੂੰ ਦਿੱਤੀ ਜਾਵੇ, ਉਹਨੇ ਰਹਿਣਾ ਕਿਵੇਂ ਹੈ, ਬਾਕੀ ਬੇਸਿਕ ਚੀਜ਼ਾਂ ਉਹ ਜਿਹੜੀਆਂ ਚੀਜ਼ਾਂ ਸਿਖਾਉਣ ਦੇ ਨਾਲ ਨਾਲ ਜਿਹੜਾ ਇਹ ਐਡੀਸ਼ਨਲ ਅਲੱਗ ਤੋਂ ਅਗਰ ਸੈਂਟਰ ਕੰਮ ਕਰੂਗਾ ਤਾਂ ਆਟੋਮੈਟਿਕਲੀ ਜਿਹੜੇ ਸਾਡੇ ਗ੍ਰੈਜੂਏਟ ਹੋਣਗੇ ਯੂਨੀਵਰਸਿਟੀ ਦੇ ਉਹਨਾਂ 'ਚੋਂ ਡਿਫਰੈਂਟ ਕੁਆਲਿਟੀਜ਼ ਹੋਣਗੀਆਂ ਤੇ ਜਿਹਦੇ ਬੇਸ 'ਤੇ ਉਹਨਾਂ ਨੂੰ ਜੌਬ ਪਲੇਸਮੈਂਟ ਵਧੀਆ ਹੋਊਗੀ।